ਹੈਲੋ एवरीवन। ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਿਜ਼ਨਸ ਸਟੱਡੀ +2 ਕਲਾਸ 3rd ਚੈਪਟਰ ਦਾ ਜਿਹੜਾ ਨੈਕਸਟ ਟੌਪਿਕ ਜਿਹੜਾ ਕਵਰ ਕਰਨ ਜਾ ਰਹੇ ਹਾਂ ਉਹ ਹੈ ਜੀ ਪ੍ਰਿੰਸੀਪਲਸ ਆਫ ਮੈਨੇਜਮੈਂਟ। ਜਿਹੜੇ ਹੈਨਰੀ ਫਿਊਲ ਨੇ ਜਾਂ ਫਿਊਲਸ ਪ੍ਰਿੰਸੀਪਲਸ ਆਫ ਮੈਨੇਜਮੈਂਟ, ਜਿਹੜੇ ਕਿ ਹੈਨਰੀ ਫਿਊਲ ਨੇ 14 ਪ੍ਰਿੰਸੀਪਲਸ ਜਿਹੜੇ ਆ ਦਿੱਤੇ ਆ। ਉਹਨਾਂ 14 ਪ੍ਰਿੰਸੀਪਲਸ ਨੂੰ ਜਿਹੜਾ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲਾ ਪ੍ਰਿੰਸੀਪਲ ਜਿਹੜਾ ਹੈਨਰੀ ਫਿਊਲ ਨੇ ਪ੍ਰੋਵਾਈਡ ਕੀਤਾ ਜੀ ਉਹ ਹੈ ਜੀ ਡਿਵੀਜ਼ਨ ਆਫ ਲੇਬਰ, ਡਿਵੀਜ਼ਨ ਆਫ ਵਰਕ ਜਾਂ ਡਿਵੀਜ਼ਨ ਆਫ ਲੇਬਰ। ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ, ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ ਦਾ ਮਤਲਬ ਹੈ ਕਿ ਜਿਹਦੇ ਵਿੱਚ ਅਸੀਂ ਕਿਸੇ ਵੀ ਕੰਮ ਦੇ ਅਕੋਰਡਿੰਗ ਕਿਸੇ ਵੀ ਲੇਬਰ ਨੂੰ ਜਦੋਂ ਸਪੈਸ਼ਲਾਈਜੇਸ਼ਨ ਦੇ ਅਕੋਰਡਿੰਗ ਜਿਹੜਾ ਹੈ ਜਦੋਂ ਡਿਵਾਈਡ ਕਰਦੇ ਹਾਂ ਉਹਨਾਂ ਦੇ ਕੰਮ ਦੇ ਮੁਤਾਬਿਕ, ਉਸ ਚੀਜ਼ ਨੂੰ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ ਜਿਹੜਾ ਉਹ ਕਹਿ ਦਿੰਦੇ ਹਾਂ। ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ ਦੇ ਵਿੱਚ ਸਿਰਫ ਇੰਨਾ ਜ਼ਰੂਰ ਅਸੀਂ ਧਿਆਨ 'ਚ ਰੱਖਣਾ ਹੈ ਕਿ ਵਰਕ ਫੋਰਸ ਨੂੰ, ਲੇਬਰ ਨੂੰ ਉਹਨਾਂ ਦੀ ਸਪੈਸ਼ਲਾਈਜੇਸ਼ਨ ਦੇ ਅਕੋਰਡਿੰਗ ਜਿਹੜਾ ਡਿਵਾਈਡ ਕਰਨਾ ਹੈ ਕਿ ਜਿਹੜੇ ਕੰਮ ਨੂੰ ਇਹ ਕਹਿ ਲਓ ਕਿ ਸਪੈਸ਼ਲਾਈਜ਼ਡ ਹੈ ਉਹਨੂੰ ਉਹੋ ਜਿਹਾ ਹੀ ਕੰਮ ਦੇਣਾ। ਜਿਵੇਂ ਫੋਰ ਐਗਜ਼ਾਮਪਲ ਕੋਈ ਮਸ਼ੀਨ ਆਪਰੇਟਰ ਹੈ ਤਾਂ ਉਹਨੂੰ ਮਸ਼ੀਨ ਆਪਰੇਟਰ ਦੇ ਤੌਰ 'ਤੇ ਕੰਮ ਦੇਣਾ, ਕੋਈ ਕੰਪਿਊਟਰ ਆਪਰੇਟਰ ਹੈ ਤਾਂ ਉਹਨੂੰ ਕੰਪਿਊਟਰ ਆਪਰੇਟਰ ਦਾ ਕੰਮ ਦੇਣਾ, ਕੋਈ ਅਕਾਊਂਟਸ ਦਾ ਕੰਮ ਜਾਣਦਾ ਹੈ ਤਾਂ ਉਹਨੂੰ ਅਕਾਊਂਟਸ ਦਾ ਹੀ ਕੰਮ ਦੇਣਾ। ਸੋ ਕੰਮ ਦੇ ਅਕੋਰਡਿੰਗ ਜਿਹੜਾ ਹੈ ਉਹਨਾਂ ਦੀ ਸਪੈਸ਼ਲਾਈਜੇਸ਼ਨ ਦੇ ਅਕੋਰਡਿੰਗ ਜਿਹੜਾ ਉਹਨਾਂ ਨੂੰ ਉੱਦਾਂ ਦਾ ਹੀ ਕੰਮ ਜਿਹੜਾ ਪ੍ਰੋਵਾਈਡ ਕਰਨਾ। ਸੋ ਇਹ ਹੈ ਜੀ ਪ੍ਰਿੰਸੀਪਲ ਆਫ ਡਿਵੀਜ਼ਨ ਆਫ ਵਰਕ। ਦੂਸਰਾ ਪ੍ਰਿੰਸੀਪਲ ਜਿਹੜਾ ਉਹਦਾ ਹੈਗਾ ਜੀ ਪ੍ਰਿੰਸੀਪਲ ਆਫ ਬੈਲੈਂਸ ਬਿਟਵੀਨ ਅਥਾਰਟੀ ਐਂਡ ਰਿਸਪੌਂਸਿਬਿਲਿਟੀ। ਅਥਾਰਟੀ ਅਤੇ ਰਿਸਪੌਂਸਿਬਿਲਿਟੀ ਦੇ ਵਿੱਚ ਦੋਨਾਂ ਦੇ ਵਿੱਚ ਇੱਕ ਬੈਲੈਂਸ ਹੋਣਾ ਚਾਹੀਦਾ, ਇੱਕ ਪੈਰਿਟੀ ਹੋਣੀ ਚਾਹੀਦੀ ਆ। ਸੋ ਜੇਕਰ ਅਥਾਰਟੀ ਜ਼ਿਆਦਾ ਹੋ ਜਾਏ, ਰਿਸਪੌਂਸਿਬਿਲਿਟੀ ਘੱਟ ਹੋ ਜਾਏ ਤਾਂ ਵੀ ਉਹ ਐਫੀਸ਼ੀਐਂਟ ਨਹੀਂ ਹੋਏਗਾ, ਤੇ ਜੇਕਰ ਰਿਸਪੌਂਸਿਬਿਲਿਟੀ ਜ਼ਿਆਦਾ ਹੋ ਜਾਏ, ਅਥਾਰਟੀ ਘੱਟ ਹੋ ਜਾਏ ਤਾਂ ਵੀ ਉਹ ਐਫੀਸ਼ੀਐਂਟ ਨਹੀਂ ਹੋਏਗਾ। ਸੋ ਇਸ ਕਰਕੇ ਅਥਾਰਟੀ ਅਤੇ ਰਿਸਪੌਂਸਿਬਿਲਿਟੀ ਜਿਹੜੀ ਹੈ ਦੋਨੇ ਬੈਲੈਂਸ ਹੋਣੀਆਂ ਚਾਹੀਦੀਆਂ। ਲੇਕਿਨ ਇੱਕ ਚੀਜ਼ ਜ਼ਰੂਰ ਧਿਆਨ 'ਚ ਰੱਖਣੀ ਹੈ, ਇਫ ਅਥਾਰਟੀ ਇਜ਼ ਗਿਵਨ ਵਿਦਾਊਟ ਰਿਸਪੌਂਸਿਬਿਲਿਟੀ, ਜੇਕਰ ਰਿਸਪੌਂਸਿਬਿਲਿਟੀ ਤੋਂ ਬਗੈਰ ਅਥਾਰਟੀ ਦਿੱਤੀ ਜਾਵੇ ਤਾਂ ਜਿਹੜਾ ਮੈਨੇਜੀਰੀਅਲ ਬਿਹੇਵੀਅਰ ਹੈ ਨਾ ਉਹ ਕੀ ਹੋ ਜਾਏਗਾ, ਉਹ ਇਰਰਿਸਪੌਂਸਿਬਲ ਹੋ ਜਾਏਗਾ ਤਾਂ ਆਟੋਕ੍ਰੈਟਿਕ ਹੋ ਜਾਏਗਾ। ਉਹ ਫਿਰ ਆਪਣੇ ਹੀ ਚਲਾਏਗਾ ਕਿਉਂਕਿ ਉਹਦੇ ਕੋਲ ਪਾਵਰ ਵਧਿਆ, ਉਹਦੀ ਜ਼ਿੰਮੇਵਾਰੀ ਨਹੀਂ ਹੈਗੀ। ਲੇਕਿਨ ਜੇਕਰ ਜ਼ਿੰਮੇਵਾਰੀ ਜਿਹੜੀ ਆ ਵਿਦਾਊਟ ਅਥਾਰਟੀ ਇਜ਼ ਮੀਨਿੰਗਲੈਸ, ਯਾਨੀ ਜੇਕਰ ਜ਼ਿੰਮੇਵਾਰੀ ਜਿਹੜੀ ਆ ਬਿਨਾਂ ਅਥਾਰਟੀ ਦੇ ਦਿੱਤੀ ਜਾਵੇ ਸੋ ਉਹ ਵੀ ਮੀਨਿੰਗਲੈਸ ਹੈ, ਕਿਉਂਕਿ ਦੋਨਾਂ ਦੇ ਵਿੱਚ ਇੱਕ ਬੈਲੈਂਸ ਹੋਣਾ ਜ਼ਰੂਰੀ ਹੈ। ਸੋ ਇਹ ਹੈ ਜੀ ਪ੍ਰਿੰਸੀਪਲ ਆਫ ਬੈਲੈਂਸ ਬਿਟਵੀਨ ਅਥਾਰਟੀ ਐਂਡ ਰਿਸਪੌਂਸਿਬਿਲਿਟੀ। ਤੀਸਰਾ ਜਿਹੜਾ ਪ੍ਰਿੰਸੀਪਲ ਆਉਂਦਾ ਜੀ ਪ੍ਰਿੰਸੀਪਲ ਆਫ ਡਿਸਪਲਿਨ। ਪ੍ਰਿੰਸੀਪਲ ਡਿਸਪਲਿਨ ਦਾ ਮਤਲਬ ਹੈ ਕਿ ਜਿਹਦੇ ਵਿੱਚ ਤੁਸੀਂ ਡਿਸਪਲਿਨ ਮੇਨਟੇਨ ਕਰਨਾ ਹੈ। ਡਿਸਪਲਿਨ ਦਾ ਮਤਲਬ ਹੈ ਓਬੀਡੀਐਂਸ, ਯਾਨੀ ਤੁਸੀਂ ਆਪਣੇ ਸੀਨੀਅਰਸ ਨੂੰ, ਆਪਣੇ ਸੁਪਰਵਾਈਜ਼ਰਸ ਨੂੰ, ਆਪਣੇ ਸੁਪੀਰੀਅਰਸ ਨੂੰ ਉਹਨਾਂ ਨੂੰ ਓਬੇ ਕਰਨਾ ਹੈ, ਉਹਨਾਂ ਨੂੰ ਉਹਨਾਂ ਦੇ ਜਿਹੜੇ ਆਰਡਰਸ ਜਿਹੜੇ ਆ ਉਹ ਫੋਲੋ ਕਰਨੇ ਆ, ਅਥਾਰਟੀ ਦੀ ਰਿਸਪੈਕਟ ਕਰਨੀ ਆ, ਤੁਸੀਂ ਰੂਲਸ ਨੂੰ ਫੋਲੋ ਕਰਨਾ ਹੈ, ਤੁਸੀਂ ਰੈਗੂਲੇਸ਼ਨਸ ਦੇ ਮੁਤਾਬਿਕ ਚੱਲਣਾ ਹੈ, ਇਹਨੂੰ ਅਸੀਂ ਡਿਸਪਲਿਨ ਕਹਾਂਗੇ। ਸੋ ਜੇਕਰ ਕਿਸੇ ਕੰਪਨੀ ਦੇ ਵਿੱਚ ਡਿਸਪਲਿਨ ਨਹੀਂ ਹੈਗਾ ਤੇ ਉਸ ਕੰਪਨੀ ਦੇ ਵਿੱਚ ਜਿਹੜੀ ਵਰਕ ਫੋਰਸ ਹੈ ਨਾ ਉਹ ਆਪਣੇ ਅਕੋਰਡਿੰਗ ਕੰਮ ਕਰਦੀ ਹੈ, ਫਿਰ ਉਹ ਕਿਸੇ ਤਰ੍ਹਾਂ ਦੀ ਕੋਈ ਓਬੀਡੀਐਂਸ ਜਿਹੜੀ ਆ ਫੋਲੋ ਨਹੀਂ ਕਰਦੀ। ਸੋ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਜੇਕਰ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਡਿਸਪਲਿਨ ਨਹੀਂ ਹੈ ਤੇ। ਸੋ ਚੌਥਾ ਪ੍ਰਿੰਸੀਪਲ ਜਿਹੜਾ ਆ ਜਾਂਦਾ ਜੀ ਉਹ ਆਪਣਾ ਆ ਜਾਂਦਾ ਯੂਨਿਟੀ ਆਫ ਕਮਾਂਡ। ਯੂਨਿਟੀ ਆਫ ਕਮਾਂਡ ਦਾ ਮਤਲਬ ਹੈ ਕਿ ਇੱਕੋ ਹੀ ਪਰਸਨ ਹੋਵੇ, ਇੱਕੋ ਸੁਪੀਰੀਅਰ ਹੋਵੇ ਜਿਹੜਾ ਕਿ ਹਰ ਇੱਕ ਨੂੰ ਕਮਾਂਡ ਕਰੇ। ਸੋ ਇੱਥੇ ਬੇਸਿਕਲੀ ਮੇਨ ਕੀ ਆ, ਇਟ ਮੀਨਸ ਦੈਟ ਐਨੀ ਐਮਪਲੋਈ ਮਸਟ ਬੀ ਡਾਇਰੈਕਟਲੀ ਅ ਸਬਆਰਡੀਨੇਟ ਟੂ ਵਨ ਸੁਪੀਰੀਅਰ ਓਨਲੀ। ਕਹਿਣ ਦਾ ਮਤਲਬ ਹੈ ਕਿ ਜੇਕਰ ਕੋਈ ਐਮਪਲੋਈ ਕੰਮ ਕਰ ਰਿਹਾ ਹੈ ਉਹਨੂੰ ਡਾਇਰੈਕਟ ਕਰਨ ਵਾਲਾ, ਉਹਨੂੰ ਕਮਾਂਡ ਦੇਣ ਵਾਲਾ ਇੱਕੋ ਬੰਦਾ ਹੋਵੇ, ਉਹ ਇੱਕ ਤੋਂ ਜ਼ਿਆਦਾ ਬੰਦਿਆਂ ਕੋਲੋਂ ਕਮਾਂਡ ਨਾ ਲਵੇ। ਕਿਉਂਕਿ ਉਹਦੇ ਨਾਲ ਕੀ ਹੋਏਗਾ ਕਿ ਜਦੋਂ ਇੱਕ ਤੋਂ ਜ਼ਿਆਦਾ ਜਾਣੇ ਕਮਾਂਡ ਦੇਣ ਵਾਲੇ ਹੋਣਗੇ ਨਾ ਫਿਰ ਉਹ ਐਮਪਲੋਈ ਹੀ ਕਨਫਿਊਜ਼ ਹੋ ਜਾਏਗਾ ਕਿ ਉਹ ਕਿਹਦੀ ਕਮਾਂਡ ਜਿਹੜੀ ਹੈ ਪਹਿਲਾਂ ਪੂਰੀ ਕਰੇ। ਸੋ ਇਸ ਕਰਕੇ ਬਹੁਤ ਜ਼ਰੂਰੀ ਪ੍ਰਿੰਸੀਪਲ ਆ, ਬਹੁਤ ਇੰਪੋਰਟੈਂਟ ਪ੍ਰਿੰਸੀਪਲ ਆ ਕਿ ਤੁਸੀਂ ਜਿਹੜਾ ਸਬਆਰਡੀਨੇਟ ਆ ਉਹ ਇੱਕੇ ਬੌਸ ਕੋਲੋਂ ਹੀ ਆਰਡਰਸ ਲਵੇ, ਇੱਕ ਬੌਸ ਤੋਂ ਵੱਧ ਉਹਦਾ ਇਹ ਕਹਿ ਲਓ ਸੁਪੀਰੀਅਰ ਨਾ ਹੋਵੇ। ਸੋ ਇਹ ਹੈ ਜੀ ਯੂਨਿਟੀ ਆਫ ਕਮਾਂਡ। ਯੂਨਿਟੀ ਆਫ ਡਾਇਰੈਕਸ਼ਨ, ਇਹਨਾਂ ਦੋਨਾਂ ਦੇ ਵਿੱਚ ਬੜਾ ਥੋੜ੍ਹਾ ਜਿਹਾ ਡਿਫਰੈਂਸ ਹੈ। ਯੂਨਿਟੀ ਆਫ ਡਾਇਰੈਕਸ਼ਨ ਦਾ ਮਤਲਬ ਹੁੰਦਾ ਹੈ ਕਿ ਵਨ ਹੈਡ ਵਨ ਪਲਾਨ, ਯਾਨੀ ਪੂਰੇ ਦੇ ਪੂਰੇ ਐਮਪਲੋਈਜ਼ ਇੱਕੋ ਪਲਾਨ ਨੂੰ ਲੈ ਕੇ ਕੰਮ ਕਰਨ। ਕਹਿਣ ਦਾ ਮਤਲਬ ਵੀ ਹਰ ਇੱਕ ਨੂੰ ਇੱਕੋ ਜਿਹੀਆਂ ਇੰਸਟਰਕਸ਼ਨਸ ਦਿੱਤੀਆਂ ਹੋਣ, ਇੱਕੋ ਜਿਹੀਆਂ ਡਾਇਰੈਕਸ਼ਨਸ ਦਿੱਤੀਆਂ ਹੋਣ, ਇੱਕੋ ਜਿਹੀਆਂ ਗਾਈਡੈਂਸ ਦਿੱਤੀ ਹੋਵੇ ਜਿਹਦੇ ਨਾਲ ਉਹ ਸੇਮ ਟਾਰਗੇਟ ਅਚੀਵ ਕਰ ਸਕਣ। ਯੂਨਿਟੀ ਆਫ ਡਾਇਰੈਕਸ਼ਨ ਦਾ ਮਤਲਬ ਹੈ ਕਿ ਉਹਨਾਂ ਨੂੰ ਇੱਕੇ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾਣਾ। ਮਤਲਬ ਇਹ ਆ ਕਿ ਤੁਸੀਂ ਵਨ ਹੈਡ ਵਨ ਪਲਾਨ, ਯਾਨੀ ਇੱਕ ਹੈਡ ਹੋਊਗਾ, ਇੱਕ ਪਲਾਨ ਹੋਊਗਾ, ਇੱਕੋ ਪਲਾਨ ਦੇ ਨਾਲ ਉਹ ਸਾਰੇ ਐਮਪਲੋਈਜ਼ ਕੰਮ ਕਰਨਗੇ ਕੋਆਪਰੇਸ਼ਨ ਦੇ ਨਾਲ, ਕੋਆਰਡੀਨੇਸ਼ਨ ਦੇ ਨਾਲ। ਠੀਕ ਹੈ,
ये है जी नैक्सट प्रिंसिपल अपना यूनिटी ऑफ डायरैक्शन। इन्हां दे विच कई बार डिफरेंस भी जिहड़ा वा पुछया जा सकदा। नैक्सट है जी जेकर मैं डिफरेंस ले तो मेरी वीडियो काफ़ी वड्डी हो जानी, इसलिए मैं डिफरेंस नहीं नाल लै रहा, डिफरेंस फिर किसी वीडियो के कवर कर लाँगे। छेवां जिहड़ा प्रिंसिपल इहदा आ जांदा जी प्रिंसिपल ऑफ सबऑर्डिनेशन ऑफ इंडिविजुअल इंटरस्ट टू जनरल इंटरस्ट। इंडिविजुअल इंटरस्ट टू जनरल इंटरस्ट, जनरल इंटरस्ट का मतलब है कि पूरे ऑर्गेनाइजेशन का जो इंटरस्ट है। इंडिविजुअल इंटरस्ट का मतलब है कि एंपलॉई का इंडिविजुअली अपना अपना पर्सनली की इंटरस्ट है। सो जदों गल आ जाती है किसी भी कंपनी की परफॉर्मेंस की या किसी भी कंपनी के गोल की गल आ जाती है ना, तो की होंदा है कि जदों किते इहो जिहा कन्फ्लिक्ट पैदा हो जाए, हुण देखो कन्फ्लिक्ट का मतलब है किसी तरह की कोई प्रॉब्लम क्रिएट हो जाए, किहदे विच इंडिविजुअल इंटरस्ट दे विच ऑर्गेनाइजेशनल इंटरस्ट दे विच। इंडिविजुअल इंटरस्ट तुहानूं मैं हुणे दस्सिया भी वो इंडिविजुअल इंटरस्ट ने अपने, हर एक बंदे दे अपने अपने कोई खास इंडिविजुअल इंटरस्ट होणगे, कोई खास डिमांड होगी, कोई बंदा लीव जिहड़ा वो लैना चाहुंदा है, कोई बंदा अपनी सैलरी देना चाहुंदा है, कोई बंदा बोनस लैना चाहुंदा है, कोई बंदा प्रमोशन लैना चाहुंदा। सो वो अपने अपने इंडिविजुअल इंटरस्ट ने। ऑर्गेनाइजेशनल इंटरस्ट जिहड़े आ वो ऑर्गेनाइजेशन दे नाल पूरे दे नाल रिलेटेड होणगे। सो की हुंदा है कि जदों कोई भी कन्फ्लिक्ट पैदा होवे ना इन्हां दोनों इंटरस्ट दे विच, हमेशा प्रायोरिटी जिहड़ी आ वो ऑर्गेनाइजेशनल इंटरस्ट नूं ही दित्ती जाऊगी ओवर इंडिविजुअल इंटरस्ट। इहो जी सिचुएशन दे विच इंडिविजुअल इंटरस्ट जिहड़े आ ना वो सैक्रीफाइस किए जाणगे, मतलब पर्सनल इंटरस्ट की कोई वैल्यू नहीं आ। तुसीं बेसिकली उहदे च जोर किहनूं देना है, तुसीं जोर देना है अपनी जिहड़ी ऑर्गेनाइजेशनल इंटरस्ट है। सो नैक्सट प्रिंसिपल आ जाता जी प्रिंसिपल ऑफ फेयर रेमूनरेशन टू एंपलॉइज़। प्रिंसिपल ऑफ फेयर रेमूनरेशन टू एंपलॉइज़ का मतलब है कि अपने एंपलॉइज़ नूं काम के अकॉर्डिंग बिल्कुल फेयरली उन्होंने सैलरी पे करनी, फेयरली उन्होंने वेजिज पे करनिया। जेकर तुसीं उन्हां नूं फेयरली पे करदे हो तो वो अपना बेस्ट एफर्ट्स जिहड़े तुहाडे वास्ते लाउणगे। तो एक ये भी चीज़ याद रखनी है कि जिन्ना तुसीं उन्हां कोलों काम लै रहे हो उहदे अकॉर्डिंग ही उन्हां नूं सैलरी जिहड़ी आ पे कीती जावे। सो ये है जी प्रिंसिपल ऑफ फेयर रेमूनरेशन टू द एंपलॉइज़। एक स्टैंडर्ड तय कर देना कि तुसीं एक एंपलॉई नूं फेयर रेमूनरेशन किवें दोगे तो किहदे अकॉर्डिंग दोगे। नैक्सट प्रिंसिपल जिहड़ा आ जांदा जी वो है जी प्रिंसिपल ऑफ इफैक्टिव सेंट्रलाइजेशन एंड डिसेंट्रलाइजेशन। देखो की हुंदा है सेंट्रलाइजेशन का मतलब है कि जदों पावर सारियां एक बंदे दे कोल होंदियां, सिंगल इंडिविजुअल दे कोल होंदियां या फिर एक छोटे ग्रुप दे कोल होंदियां, या कह सकते हैं भी टॉप लैवल दे कोल सारी पावर्स है, उन्होंने आप सेंट्रलाइजेशन कहांगे। वो तां पॉसीबल है जेकर कोई ऑर्गेनाइजेशन छोटा है ना, वो एक इंडिविजुअल जिहड़ा उन्होंने मैनेज करे वो आसान हो जाता है। लेकिन जदों ऑर्गेनाइजेशन वड्डा होवे ना, वड्डे ऑर्गेनाइजेशन दे विच डीसैंट्रलाइजेशन जिहड़ा वो करना पैंदा, तुहानूं अथॉरिटीज़ जिहड़ियां वो डेलीगेट करनियां पैंदियां, थल्ले डिपार्टमेंट्स दे विच अपने ऑर्गेनाइजेशन नूं वंडना पैंदा। सो इस करके की हुंदा है कि डीसैंट्रलाइजेशन दे विच तुसीं अपने ऑर्गेनाइजेशन दे विच पावर्स नूं डेलीगेट कर दिंदे हो, अथॉरिटी नूं डेलीगेट कर दिंदे हो। सो दोनों दे विच ना एक ये कह सकते हैं कि बैलेंस होना चाहिए, या आपां ये कह लीए कि जिहड़े छोटे ऑर्गेनाइजेशन ने उन्हां दे विच सेंट्रलाइजेशन तो जिहड़े वड्डे ऑर्गेनाइजेशन ने उन्हां दे विच डीसैंट्रलाइजेशन जिहड़ा वा वो कीता जावे। सो इहदे विच एक प्रॉपर बैलेंस होना चाहिए। नैक्सट प्रिंसिपल है जी सब तो इंपॉर्टेंट प्रिंसिपल, प्रिंसिपल ऑफ स्केलर चेन। शॉर्ट नोट दे विच कई बार इंडिविजुअल भी पूछा जाता है स्केलर चेन। देखो स्केलर चेन का मतलब होंदा है कि एक सीनियर तो लैके उहदे सबऑर्डिनेट्स तक एक चेन बनी होंदी है। सो एक लैवल बनिया एंपलॉइज़ दे, उस लैवल नूं आपां स्केलर चेन कह दिंदे आ। वो लैवल किवें दे होणगे, वो आ लैवल ने डायग्राम देखो, जिवें इत्थे ए जिहड़ा है वो सुपीरियर है, ए दा सबऑर्डिनेट ए दे थल्ले काम कर रहा, बी, बी दे थल्ले सी, सी डी ई ते एफ, इदां उन्हां दी एक पूरी चेन बनी है। कहण दा मतलब है कि जेकर इस लैवल दे विच ए ने एफ नूं कोई ऑर्डर देना है तो वो डायरैक्टली जिहड़ा उहनूं ऑर्डर नहीं देवेगा, ए डायरैक्टली एफ नूं ऑर्डर नहीं देवेगा। क्यों नहीं देवेगा? क्योंकि ए ने जेकर ऑर्डर देना है किसी नूं तो ए जिहड़ा है वो एक चेन फॉलो करेगा, उस चेन के अकॉर्डिंग ही ये कह लो कि वो चेन के अकॉर्डिंग ही वो चेन के अकॉर्डिंग इनू डायरैक्टली जिहड़ा वो कम्यूनीकेट नहीं कर सकता। सो की करेगा वो इस चेन नूं फॉलो करेगा, यानी ए ने जे एफ नूं कोई
ਆਰਡਰ ਦੇਣਾ ਹੈ ਤੇ ਉਹ ਪਹਿਲਾਂ ਆਰਡਰ ਬੀ ਕੋ ਜਾਏਗਾ, ਬੀ ਸੀ ਨੂੰ ਪ੍ਰੋਵਾਈਡ ਕਰੇਗਾ, ਸੀ ਡੀ ਨੂੰ ਪ੍ਰੋਵਾਈਡ ਕਰੇਗਾ, ਡੀ ਈ ਨੂੰ ਪ੍ਰੋਵਾਈਡ ਕਰੇਗਾ, ਫਿਰ ਈ ਐਫ ਨੂੰ ਉਹ ਮੈਸੇਜ ਦੇਵੇਗਾ। ਯਾਨੀ ਇਹਦੇ ਵਿੱਚ ਕੀ ਕੀਤਾ ਉਹਨਾਂ ਨੇ, ਇੱਕ ਚੇਨ ਫੋਲੋ ਕੀਤੀ ਜਿਹੜੀ ਕਿ ਟੌਪ ਟੂ ਬਾਟਮ ਆਈ ਹੈ। ਹੁਣ ਜੇਕਰ ਐਫ ਨੇ ਕਿਸੇ ਤਰ੍ਹਾਂ ਦੀ ਕੋਈ ਸੁਜੈਸ਼ਨ ਦੇਣੀ ਆ, ਐਫ ਦੀ ਸੁਜੈਸ਼ਨ, ਜੇ ਮੰਨ ਲਓ ਕਿ ਉਹ ਏ ਨੂੰ ਕੋਈ ਸੁਜੈਸ਼ਨ ਦੇਣੀ ਚਾਹੁੰਦਾ ਐਫ, ਤੇ ਐਫ ਦੀ ਸੁਜੈਸ਼ਨ ਜਿਹੜੀ ਥੱਲੇ ਉੱਪਰ ਜਾਏਗੀ, ਉਹ ਪਹਿਲਾਂ ਈ ਨੂੰ ਦੇਗਾ, ਈ ਡੀ ਨੂੰ, ਡੀ ਸੀ ਨੂੰ, ਸੀ ਬੀ ਨੂੰ, ਬੀ ਫਿਰ ਏ ਨੂੰ। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਚੇਨ ਜਿਹੜੀ ਆ ਉਹ ਫੋਲੋ ਕੀਤੀ ਜਾਏਗੀ। ਸੋ ਇਹਦੇ ਅਕੋਰਡਿੰਗ ਜੇਕਰ ਦੋ ਐਮਪਲੋਈ ਜਿਹੜੇ ਕਿ ਸੇਮ ਲੈਵਲ ਦੇ ਆ, ਜਿਵੇਂ ਇੱਥੇ ਆਪਾਂ ਐਗਜ਼ਾਮਪਲ ਦੇ ਤੌਰ ਤੇ ਵੇਖ ਰਹੇ ਹਾਂ ਈ ਤੇ ਜੇ, ਜੇਕਰ ਸੇਮ ਲੈਵਲ ਦੇ ਐਮਪਲੋਈ ਆਪਸ ਦੇ ਵਿੱਚ ਡਾਇਰੈਕਟਲੀ ਕਮਿਊਨੀਕੇਟ ਕਰਦੇ ਆ ਬਿਨਾਂ ਚੇਨ ਯੂਜ਼ ਕੀਤੇ ਹੋਏ, ਡਾਇਰੈਕਟਲੀ ਕਮਿਊਨੀਕੇਟ ਕਰਨਾ, ਵੇਖੋ ਇਹਨਾਂ ਦੇ ਵਿੱਚ ਡਾਇਰੈਕਟ ਕਮਿਊਨੀਕੇਸ਼ਨ ਹੈ, ਡਾਇਰੈਕਟਲੀ ਕਮਿਊਨੀਕੇਟ ਕਰ ਰਹੇ ਆ। ਜੇ ਐਫ ਡਾਇਰੈਕਟਲੀ ਕੇ ਦੇ ਨਾਲ ਕਮਿਊਨੀਕੇਟ ਕਰੇ ਉਹ ਗੈਂਗ ਪਲੈਂਕ ਹੋਊਗਾ, ਉਹਨੂੰ ਕਹਾਂਗੇ ਆਪਾਂ ਗੈਂਗ ਪਲੈਂਕ। ਸੋ ਕਈ ਵਾਰੀ ਇੱਕ ਨੰਬਰ ਦੇ ਵਿੱਚ ਪੁੱਛਿਆ ਵੀ ਜਾਂਦਾ ਗੈਂਗ ਪਲੈਂਕ ਕੀ ਆ, ਵੀ ਜਦੋਂ ਸੇਮ ਲੈਵਲ ਦੇ ਐਮਪਲੋਈਜ਼, ਵੈਨ ਸੇਮ ਲੈਵਲ ਐਮਪਲੋਈਜ਼ ਕਮਿਊਨੀਕੇਟ ਵਿਦ ਈਚ ਅਦਰ ਡਾਇਰੈਕਟਲੀ, ਉਹਨੂੰ ਅਸੀਂ ਕੀ ਕਹਾਂਗੇ, ਗੈਂਗ ਪਲੈਂਕ। ਸੋ ਡੀ ਜੇਕਰ ਆਈ ਦੇ ਨਾਲ ਕਮਿਊਨੀਕੇਟ ਕਰਦਾ ਹੈ ਡਾਇਰੈਕਟਲੀ ਤੇ ਉਹ ਗੈਂਗ ਪਲੈਂਕ ਹੋਏਗਾ। ਨੈਕਸਟ ਹੈ ਜੀ ਅਗਲਾ ਪ੍ਰਿੰਸੀਪਲ, ਉਹ ਹੈ ਜੀ ਪ੍ਰਿੰਸੀਪਲ ਆਫ ਆਰਡਰ। ਪ੍ਰਿੰਸੀਪਲ ਆਫ ਆਰਡਰ ਦਾ ਮਤਲਬ ਹੈ ਕਿ ਤੁਸੀਂ ਹਰ ਇੱਕ ਚੀਜ਼ ਦਾ ਇੱਕ ਖਾਸ ਆਰਡਰ ਹੋਵੇਗਾ। ਵੇਖੋ ਇੱਥੇ ਆਪਾਂ ਆਰਡਰ ਦਾ ਮਤਲਬ ਇਹ ਨਹੀਂ ਲੈਣਾ ਵੀ ਕਿਸੇ ਨੂੰ ਆਰਡਰ ਦੇਣਾ, ਕਿਸੇ ਨੂੰ ਇੰਸਟਰਕਸ਼ਨਸ ਦੇਣੀਆਂ, ਨਾ। ਇੱਥੇ ਆਰਡਰ ਦਾ ਮਤਲਬ ਹੈ ਜੀ ਸੀਕੁਐਂਸ। ਸੀਕੁਐਂਸ ਕਿਹਦਾ, ਇੱਕ ਪ੍ਰੋਪਰ ਸੀਕੁਐਂਸ ਮਟੀਰੀਅਲ ਦਾ ਤੇ ਹਿਊਮਨ ਰਿਸੋਰਸਿਸ ਦਾ। ਮਤਲਬ ਦੋ ਹੀ ਚੀਜ਼ਾਂ ਨੇ ਤੁਹਾਡੇ ਕੋਲ, ਇੱਕ ਮਟੀਰੀਅਲ ਰਿਸੋਰਸਿਸ ਆ, ਇੱਕ ਹਿਊਮਨ ਰਿਸੋਰਸਿਸ ਆ। ਸੋ ਤੁਸੀਂ ਕੀ ਕਰਨਾ ਹੈ ਕਿ ਮਟੀਰੀਅਲ ਨੂੰ ਅਰੇਂਜ ਕਰਨਾ ਹੈ। ਪਹਿਲਾਂ ਤੇ ਮਟੀਰੀਅਲ ਨੂੰ ਤੁਸੀਂ ਇਸ ਤਰੀਕੇ ਨਾਲ ਅਰੇਂਜ ਕਰੋਗੇ ਕਿ ਜੋ ਚੀਜ਼ ਜਿੱਥੇ ਹੋਣੀ ਚਾਹੀਦੀ ਆ, ਚਾਹੇ ਉਹ ਪੈਨ ਆ, ਚਾਹੇ ਉਹ ਸਟੈਪਲਰ ਆ, ਚਾਹੇ ਉਹ ਕੋਈ ਮਸ਼ੀਨ ਆ, ਚਾਹੇ ਉਹ ਕੋਈ ਵਾਟਰ ਰੈਬਰਸ ਨੇ, ਚਾਹੇ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਈਟਮ ਆ, ਚਾਹੇ ਐਲਮੀਰਾਜ਼ ਨੇ, ਹਰ ਇੱਕ ਚੀਜ਼ ਦਾ ਇੱਕ ਖਾਸ ਆਰਡਰ ਹੋਵੇ, ਸੀਕੁਐਂਸ ਹੋਵੇ, ਜਿਹੜਾ ਮਟੀਰੀਅਲ ਜਿੱਥੇ ਹੋਣਾ ਚਾਹੀਦਾ ਉਹ ਉੱਥੇ ਹੀ ਪਿਆ ਹੋਵੇ। ਦੂਸਰੀ ਚੀਜ਼ ਹੈ ਜੀ ਹਿਊਮਨ ਰਿਸੋਰਸ। ਦੂਸਰਾ ਅਸੀਂ ਅਰੇਂਜ ਕੀ ਕਰਨਾ ਹੈ, ਹਿਊਮਨ ਰਿਸੋਰਸ ਨੂੰ ਅਰੇਂਜ ਕਰਨਾ ਹੈ। ਹਿਊਮਨ ਰਿਸੋਰਸ ਨੂੰ ਅਰੇਂਜ ਕਰਨ ਵਾਸਤੇ ਤੁਸੀਂ ਕੀ ਕਰੋਗੇ, ਹਰ ਇੱਕ ਦੀ ਇੱਕ ਆਪਣੀ ਖਾਸ ਪੋਜੀਸ਼ਨ ਹੋਣੀ ਚਾਹੀਦੀ ਆ, ਉਹ ਰੋਜ਼ ਆ ਕੇ ਉਸੇ ਪੋਜੀਸ਼ਨ ਦੇ ਉੱਪਰ ਬੈਠ ਕੇ ਆਪਣਾ ਕੰਮ ਕਰੇ। ਕਹਿਣ ਦਾ ਮਤਲਬ ਹੈ ਹਰ ਇੱਕ ਦੀ ਇੱਕ ਆਪਣੀ ਇੰਡੀਵਿਜੂਅਲ ਪਲੇਸ ਹੋਵੇ। ਜਿਵੇਂ ਬੈਂਕ ਦਾ ਐਗਜ਼ਾਮਪਲ ਲੈ ਲਈਏ ਵੀ ਇੱਕ ਕੈਸ਼ੀਅਰ ਜਿਹੜਾ ਹੈ ਇੱਕ ਪਰਟੀਕੂਲਰ ਜਗ੍ਹਾ ਤੇ ਬੈਠਾ ਹੋਵੇ, ਮੈਨੇਜਰ ਇੱਕ ਪਰਟੀਕੂਲਰ ਜਗ੍ਹਾ ਤੇ ਬੈਠਾ ਹੋਵੇ, ਤੇ ਅਗਲੇ ਦਿਨ ਜਦੋਂ ਤੁਸੀਂ ਉਸ ਬੈਂਕ ਦੇ ਵਿੱਚ ਜਾਓ ਤੇ ਉਹ ਫਿਰ ਤੁਹਾਨੂੰ ਉਸੇ ਜਗ੍ਹਾ ਤੇ ਹੀ ਮਿਲ। ਸੋ ਇਸ ਤਰੀਕੇ ਨਾਲ ਉਹਨਾਂ ਦੀ ਇੱਕ ਖਾਸ ਜਗ੍ਹਾ ਹੋਣੀ ਚਾਹੀਦੀ ਹੈ। ਸੋ ਇੱਥੇ ਕਹਿ ਸਕਦੇ ਹਾਂ ਕਿ ਜਿਹੜਾ ਮਟੀਰੀਅਲ ਆ ਪਲੇਸ ਫॉर ਐਵਰੀਥਿੰਗ ਐਂਡ ਐਵਰੀਥਿੰਗ ਇਨ ਇਟਸ ਪਲੇਸ, ਵੀ ਹਰ ਇੱਕ ਦੀ ਆਪਣੀ ਇੱਕ ਖਾਸ ਜਗ੍ਹਾ ਹੋਵੇ ਤੇ ਹਰ ਇੱਕ ਚੀਜ਼ ਆਪਣੀ ਜਗ੍ਹਾ ਤੇ ਹੋਵੇ। ਹਿਊਮਨ ਆਰਡਰ ਦੇ ਵਿੱਚ ਵੀ ਕੀ ਹੈ ਜੀ, ਆ ਪਲੇਸ ਫॉर एवरीवन एंड एवरीवन इन और हिज और हर प्लेस, ਵੀ ਇੱਕ ਹਰ ਇੱਕ ਜਗ੍ਹਾ ਦੀ ਇੱਕ ਪਲੇਸ ਹੋਵੇ ਤੇ ਹਰ ਇੱਕ ਬੰਦਾ ਆਪਣੀ ਜਗ੍ਹਾ ਤੇ ਹੋਵੇ। ਇਹ ਹੈ ਜੀ ਪ੍ਰਿੰਸੀਪਲ ਆਫ ਆਰਡਰ, ਜਿਹਦੇ ਵਿੱਚ ਤੁਸੀਂ ਮਟੀਰੀਅਲ ਤੇ ਹਿਊਮਨ ਰਿਸੋਰਸ ਦੀ ਸੀਕੁਐਂਸ ਦੀ ਗੱਲ ਕਰਦੇ ਹੋ। ਨੈਕਸਟ ਪ੍ਰਿੰਸੀਪਲ ਆ ਜਾਂਦਾ ਜੀ ਪ੍ਰਿੰਸੀਪਲ ਆਫ ਇਕੁਇਟੀ। ਪ੍ਰਿੰਸੀਪਲ ਆਫ ਇਕੁਇਟੀ ਦਾ ਮਤਲਬ ਆ ਕਿ ਤੁਸੀਂ ਆਪਣੇ ਐਮਪਲੋਈਜ਼ ਨੂੰ ਇਕੁਅਲੀ ਜਿਹੜਾ ਹੈ ਉਹ ਸਮਝਣਾ ਹੈ। ਇਕੁਇਟੀ ਦਾ ਮਤਲਬ ਹੁੰਦਾ ਇਕੁਅਲ ਸਮਝਣਾ, ਇਕੁਅਲ ਸਮਝਣਾ ਹੈ, ਜਿਹਦੇ ਵਿੱਚ ਤੁਸੀਂ ਆਪਣੇ ਐਮਪਲੋਈਜ਼ ਦੇ ਕੋਲੋਂ ਜਦੋਂ ਤੁਹਾਡਾ ਐਮਪਲੋਈ ਚਾਹੇ ਉਹ ਕੋਈ ਇਹ ਕਹਿ ਲਓ ਸੁਪੀਰੀਅਰ ਹੋਵੇ, ਚਾਹੇ ਉਹ ਤੁਹਾਡਾ ਕੋਈ ਉਹਦਾ ਕੋਈ ਜੂਨੀਅਰ ਹੋਵੇ ਜਾਂ ਫੋਰਮੈਨ ਹੋਵੇ, ਤੁਸੀਂ ਉਹਨਾਂ ਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਕਰਨਾ। ਚਾਹੇ ਉਹ ਭੇਦਭਾਵ ਸੈਕਸ ਦੇ ਨਾਲ ਰਿਲੇਟਡ ਹੋਵੇ, ਰਿਲੀਜਨ ਦੇ ਨਾਲ ਰਿਲੇਟਡ ਹੋਵੇ, ਲੈਂਗੁਏਜ ਦੇ ਨਾਲ ਰਿਲੇਟਡ ਹੋਵੇ, ਮੇਲ ਫੀਮੇਲ, ਕਾਸਟ, ਕਰੀਡ, ਕੁਛ ਵੀ ਰੰਗ, ਕੋਈ ਕਿਸੇ ਤਰ੍ਹਾਂ ਦਾ ਭੇਦਭਾਵ ਜਿਹੜਾ ਵਾ ਉਹ ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ ਤੁਹਾਡੇ ਐਮਪਲੋਈਜ਼ ਦੇ ਵਿੱਚ ਨਹੀਂ ਹੋਣਾ ਚਾਹੀਦਾ। ਵੀ ਕਿਸੇ ਨੂੰ ਤੁਸੀਂ ਪਹਿਲ ਦਿਓ, ਕਿਸੇ ਨੂੰ ਤੁਸੀਂ ਪਹਿਲ ਨਾ ਦਿਓ, ਉਹ ਵੀ ਨਹੀਂ ਹੋਣਾ ਚਾਹੀਦਾ। ਸੋ ਇਹ ਪ੍ਰਿੰਸੀਪਲ ਆਫ ਇਕੁਇਟੀ ਸਾਨੂੰ ਇਹ ਕਹਿੰਦਾ ਹੈ ਕਿ ਸਾਰੇ ਐਮਪਲੋਈਜ਼ ਨੂੰ ਬਰਾਬਰ ਸਮਝੋ, ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਤੁਸੀਂ ਭੇਦਭਾਵ ਨਾ ਕਰੋ, ਪਾਰਸ਼ੈਲਿਟੀ ਜਿਹੜੀ ਹੈ ਉਹ ਨਾ ਕਰੋ। ਨੈਕਸਟ ਇਹਦੇ ਵਿੱਚ ਆ ਜਾਂਦਾ ਹੈ ਜੀ ਪ੍ਰਿੰਸੀਪਲ ਆਫ ਸਟੇਬਿਲਿਟੀ ਆਫ ਟੈਨਿਊਰ ਆਫ ਪਰਸਨਲ। ਸਟੇਬਿਲਿਟੀ ਇਨ ਦਾ ਟੈਨਿਊਰ ਆਫ ਪਰਸਨਲਸ ਕੀ ਹੁੰਦਾ ਹੈ ਕਿ ਵੇਖੋ ਜਦੋਂ ਆਪਾਂ ਕਿਸੇ ਵੀ ਐਮਪਲੋਈ ਨੂੰ ਕੋਈ ਟਾਸਕ ਦਿੰਦੇ ਆ ਨਾ,
उस एम्पलॉय नूं वो टास्क कंप्लीट करन वास्ते तुसीं मान लो कि 2 साल का टाइम दिता है ना, तो तुसीं जिन्नी देर तक उन्होंने पूरा टाइम नहीं हो जाता उन्नी देर तक तुसीं उन्होंने उस जगह तो रिमूव ना करो, उस पोजीशन तो रिमूव ना करो। इदा ना होवे कि जे वो 6 महीने काम किया है हजे वो काम दे विच एडजस्ट भी नहीं होया, तुसीं उन्होंने चुक के कोई होर काम देता। सो इहदे विच इह आ कि घट्टो घट्ट जिन्ना तुसीं टाइम उन्होंने प्रोवाइड किया ना भी तू 2 साल के अंदर आ काम कंप्लीट करना है या 1 साल के अंदर आ काम कंप्लीट करना है, तुसीं उस टेन्यूर तो पहला उन्होंने नहीं हटाओगे, तुसीं उन्होंने उत्थे काम करन दोगे ताकि वो एप्रोप्रीएट तरीके दे नाल जदों उहदा सैटिस्फैक्टरी लैवल आ जाएगा ना काम का, एक्सपर्टीज़ आ जाएगियाँ, फिर वो अपना काम अच्छे तरीके दे नाल कंप्लीट करेगा। सो उन्होंने टाइम तो पहला जिहड़ा अपनी प्लेस तो नहीं हटाना। ये है जी प्रिंसीपल ऑफ स्टेबिलिटी इन द टेन्यूर ऑफ परसोनल। तो 13वां प्रिंसीपल आ जाता जी प्रिंसीपल ऑफ इनीशिएटिव। प्रिंसीपल ऑफ इनीशिएटिव का मतलब है कि जिहदे विच बिना कहण तो ही हर एक बंदे ने काम करना है। इस की करना है, तुसीं एक बार अपने एम्पलॉयज़ नूं अपना प्लान दस दिता, अपनियां पॉलिसीज़ दस दित्तियां मैनेजर ने, उसदे बाद मैनेजर उन्होंने पूरी छूट दिंदा है कि तुसीं इहदे अकॉर्डिंग तुसीं अपने अपने अकॉर्डिंग काम करो, लेकिन तुहाडा प्लान आ होना चाहिए। हुण उहदे विच की होएगा कि हर एक बंदा इनीशिएटिव लैंदा है, हर एक बंदा बिना कहण ते काम करदा है, वो अपने अकॉर्डिंग काम करेगा कि मैं इहनूं बेहतर तरीके दे नाल किवें काम कर सकदा। सो इहदे विच तुसीं की करना है, अपने एम्पलॉयज़ नूं बेसिकली मोटिवेट करना है ताकि वो इनीशिएटिव लवे, तो जिहड़े नवे आइडियाज़ ने, न्यू आइडियाज़ विल रिजल्ट इन द डेवलपमेंट ऑफ मोर एफिशिएंट मैथड्स दैन बिफोर टू परफॉर्म वेरीअस टास्क। यानी तुहाडे कोल अच्छे मैथड्स होणगे डेवलपमेंट वास्ते जिहदे नाल तुसीं डेवलपमेंट जिहड़ी आ वो कर सको। सो ये है जी प्रिंसीपल ऑफ इनीशिएटिव, जिहदे विच तुहाडे वर्कर्स इन्ने एनकरेजड होने चाहिए ताकि तुसीं एक इहो जिहा माहौल क्रिएट करो अपने ऑर्गेनाइजेशन दे विच कि हर एक बंदा अपने अपने अकॉर्डिंग काम करे, बिना कहण तो काम करे, तो तुहाडे टारगेट भी अचीव करे। लास्ट प्रिंसीपल आ जाता है जी प्रिंसीपल ऑफ स्पिरिट डी कॉप्स। स्पिरिट डी कॉप्स जिहड़ा वो फ्रेंच लैंगुएज दे विच लिखिया गया है, तो सेम इस तरीके दे नाल वो प्रिंसीपल जिहड़ा चुकिया गया है। स्पिरिट डी कॉम का मतलब होंदा है कि स्पिरिट ऑफ कोऑपरेशन, इच बेसिकली तालमेल की गल की गई है कि जेकर तुहाडे एम्पलॉयज़ तुहाडे लई काम कर रहे हैं तो उन्हां दे विच एक कोऑपरेशन होनी चाहिए, तालमेल होना चाहिए, कोआर्डीनेशन होनी चाहिए ताकि वो तुहाडे ऑर्गेनाइजेशन के गोल नूं अचीव कर सकन, टारगेट नूं अचीव कर सकन। सो ये है जी ये विच स्पिरिट डी कॉप, जिहदे विच तुहाडे सारे एम्पलॉयज़ कोऑपरेशन ते कोआर्डीनेशन के मुताबिक जिहड़ा काम करन। देखो इत्थे उन्होंने एक एग्जाम्पल दिता, वी इंस्टेड ऑफ आई, यानी ये जिहड़ी अपनी फीलिंग्स ने ना वो वी वालियां होनी चाहिए, ना कि मैं असी वाली फीलिंग जिहड़ी होनी चाहिए है कि असी पूरे ग्रुप नूं एक लैके चलना है। तुसीं इंपॉर्टेंस अपने पूरे ग्रुप नूं देनी है, तुसीं कल्ली अपने आप नूं नहीं देनी। सो इहदे विच इह आ कि हर एक इंडिविजुअल ने, हर एक एम्पलॉय ने अपने ऑर्गेनाइजेशन नूं वधिया करन वास्ते जिहड़ा है वो पूरी कोआर्डीनेशन दे नाल काम करना है, पूरे कोऑपरेशन दे नाल काम करना है। सो मैं आस करदा कि तुहानूं ये सारे दे सारे प्रिंसीपल्स जिहड़े अच्छे तरीके दे नाल समझ लगे होणगे। सो मिलदे हां नैक्सट चैप्टर दे विच, नैक्सट वीडियो दे विच।